वाहिगुरु जी का खालसा वाहिगुरु जी की फतेह। गुरुदर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारण आए श्री गुरु नानक देव पातशाह महाराज जी का है। प्रसंग है मक्के वाली साखी का। इस लड़ीवार कथा नाल जुड़न तो पहला, क्योंकि अज 2 गुरपुरब ने, पहला है गुरु 8वें पातशाह गुरु हरकृष्ण साहब महाराज जी दे गुरता गद्दी गद्दी निशीनी दा। दूसरा है 7वें पातशाह गुरु हर राय साहब महाराज जी दे ज्योति जोत समाउण दा। गुरु 7वें पातशाह गुरु हर राय साहब महाराज जिन्हां दा आगमन भी कीरतपुर साहब दे विच होया सी। आप जी दे ज्ञात वास्ते दास बेनती करे, कीरतपुर साहब की धरती बहुत वडभागी धरती है, जिथे 7वें गुरु 8वें गुरु जी का जन्म होया, प्रकाश होया, जिथे सतगुरां का आगमन होया, जिथे सतगुरां ने 2 गुरु साहबाना ने अवतार धारण किया है और आपस विच रिश्ता जिहड़ा है वो पिता पुत्र वाला है। गुरु 7वें पातशाह जी नूं गुरियाई गुरु 6वें पातशाह ने गुरु हरगोबिंद साहब ने बख्शी सी। आप जी उन्हां दे पोतरे सन। इन्हां ने गुरियाई अपने सपुत्र नूं बख्शी है। गुरु हराए साहब जी दे 2 साहिबजादे ने। वड्डियां दा नाम है
ਬਾਬਾ ਰਾਮ ਰਾਏ, ਛੋਟਿਆਂ ਦਾ ਨਾਂ ਹੈ ਗੁਰੂ ਹਰਕ੍ਰਿਸ਼ਨ ਸਾਹਿਬ। ਗੁਰੂ ਹਰਿਰਾਏ ਸਾਹਿਬ ਦਾ ਸਾਰਾ ਹੀ ਪਵਿੱਤਰ ਮੁਬਾਰਕ ਜੀਵਨ ਜੋ ਹੈ ਉਹ ਕੀਰਤਪੁਰ ਸਾਹਿਬ ਤੇ ਹੀ ਆਧਾਰਿਤ ਰਿਹਾ ਹੈ। ਕੁਝ ਸਮਾਂ ਸਤਿਗੁਰੂ ਜੀ ਨੇ ਭਰਮਣ ਵੀ ਕੀਤਾ ਹੈ, ਮਾਲਵੇ ਵੱਲ ਵੀ ਗਏ ਨੇ। ਖਾਸ ਕਰਕੇ ਜਿਹੜੀ ਅਫਗਾਨ ਦੀ ਸੰਗਤ ਹੈ ਉਹਨਾਂ ਕੋਲ ਗੁਰੂ ਸਤਵੇਂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮੰਜੀ ਵੀ ਹੈ। ਔਰ ਜਿੱਥੋਂ ਤੱਕ ਮੇਰੀ ਆਪਣੀ ਸਮਝ ਹੈ ਕਿ ਗੁਰੂ ਸਤਵੇਂ ਪਾਤਸ਼ਾਹ ਜੀ ਦੇ ਗੁਰਪੁਰਬ ਜੋ ਵੱਡੇ ਪੱਧਰ ਤੇ ਸੰਗਤ ਮਨਾਉਂਦੀ ਹੈ ਉਹ ਕਾਬਲ ਦੀ, ਪੇਸ਼ਾਵਰ ਦੀ ਸੰਗਤ ਹੈ। ਜਾਂ ਮਾਲਵੇ ਦੇ ਵਿੱਚ ਬੜੇ ਅਸਥਾਨ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ, ਬੜੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਇਹ ਜਿਹੜੀਆਂ ਫੂਲਕਾ ਰਿਆਸਤਾਂ ਹੋਈਆਂ ਨੇ ਇਹ ਸਾਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਬਖਸ਼ੇ ਹੋਏ ਰਾਜੇ ਸਨ। ਗੁਰੂ ਹਰਿਰਾਏ ਸਾਹਿਬ ਜੀ ਬਹੁਤ ਕੋਮਲ ਹਿਰਦੇ ਵਾਲੇ ਸਨ। ਇਸੇ ਕਰਕੇ ਉਹਨਾਂ ਨੇ ਸ਼ਿਕਾਰ ਖੇਡਿਆ ਜ਼ਰੂਰ ਹੈ, ਸ਼ਿਕਾਰ ਮਾਰਿਆ ਨਹੀਂ ਹੈ। ਜਿਹੜੀ ਗੁਰੂ ਘਰਾਂ ਦੇ ਵਿੱਚ ਡਿਸਪੈਂਸਰੀਆਂ ਦੀ ਗੱਲ, ਹਸਪੀਟਲਾਂ ਦੀ ਗੱਲ ਸ਼ੁਰੂ ਹੋਈ ਹੈ ਇਹ ਗੁਰੂ ਸਤਵੇਂ ਜੀ ਤੋਂ ਸ਼ੁਰੂ ਹੋਈ ਹੈ। ਜਿਵੇਂ ਲੰਗਰ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ, ਲੰਗਰ ਦੀ ਜਿਹੜੀ ਕੁਆਲਿਟੀ ਗੁਣਵੰਤ ਹੈ ਉਹ ਗੁਰੂ ਅੰਗਦ ਸਾਹਿਬ ਜੀ ਨੇ ਫਿਕਸ ਕੀਤੀ ਹੈ ਕਿ ਲੰਗਰ ਵਿੱਚ ਖੀਰ ਵੀ ਹੋ ਸਕਦੀ ਹੈ, ਖੀਰ ਵਿੱਚ ਘਿਓ ਵੀ ਹੋ ਸਕਦਾ ਹੈ। ਕਿਉਂਕਿ ਅੱਜ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਮਾਨਸਿਕਤਾ ਇੱਥੇ ਖਲੋਤੀ ਹੈ ਕਿ ਜੇ ਪਨੀਰ ਭੁਰਜੀ ਬਣ ਜਾਏ, ਮਟਰ ਪਨੀਰ ਬਣ ਜਾਏ, ਸ਼ਾਹੀ ਪਨੀਰ ਬਣ ਜਾਏ ਤੇ ਉਹ ਲੰਗਰ ਨਹੀਂ ਹੁੰਦਾ, ਉਹ ਤਾਂ ਪ੍ਰੀਤੀ ਭੋਜਨ ਹੋ ਗਿਆ। ਲੰਗਰ ਦਾ ਕਿਤੇ ਨਾ ਕਿਤੇ ਅੱਜ ਵੀ ਸਾਡੇ ਵਿੱਚ ਪ੍ਰਭਾਵ ਹੈ ਵੀ ਅੱਧ ਸੜੀ ਰੋਟੀ ਹੋਵੇ ਤੇ ਮਾਂ ਛੋਲਿਆਂ ਦੀ ਕੱਚੀ ਦਾਲ ਹੋਵੇ ਤੇ ਇਹ ਲੰਗਰ ਹੈ। ਕਿਉਂਕਿ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ, ਤੁਰਨ ਲੱਗਦੇ ਹਾਂ ਤੇ ਉਹ ਕਹਿੰਦੇ ਜੀ ਪ੍ਰਸ਼ਾਦਾ ਛਕੋ, ਤੁਸੀਂ ਲੰਚ ਕਰਕੇ ਜਾਓ, ਡਿਨਰ ਕਰਕੇ ਜਾਓ, ਬ੍ਰੇਕਫਾਸਟ ਕਰਕੇ ਜਾਓ। ਤੇ ਜੇ ਆਪਾਂ ਕਹੀਏ ਵੀ ਨਹੀਂ ਅਸੀਂ ਛੇਤੀ ਜਾਣਾ ਹੈ ਤੇ ਉਹ ਫਿਰ ਕਹਿੰਦੇ ਨੇ ਵੀ ਫਿਰ ਤੁਸੀਂ ਇੱਦਾਂ ਕਰੋ ਵੀ ਜੋ ਰੁੱਖੀ ਮੇਸੀ ਜੋ ਲੰਗਰ ਤਿਆਰ ਹੈ ਉਹੀ ਛਕ ਲਓ। ਸ਼ਾਇਦ ਅਸੀਂ ਭੁੱਲ ਗਏ। ਮੇਰੀ ਇਸ ਗੱਲ ਦੇ ਉੱਤੇ ਬਹੁਤ ਬੇਨਤੀ ਹੁੰਦੀ ਹੈ ਕਿ ਲੰਗਰ ਦੀ ਇੱਕ ਮਰਿਆਦਾ ਹੈ। ਜਿਹੜੀ ਚੀਜ਼ ਪਵਿੱਤਰਤਾ ਨਾਲ ਬਣੇ ਤੇ ਬਰਾਬਰ ਵੰਡੀ ਜਾਵੇ ਉਹ ਲੰਗਰ ਹੈ ਬਸ। ਜੇ ਬਣਾਉਣ ਲੱਗਿਆਂ ਪਵਿੱਤਰਤਾ ਨਹੀਂ ਹੈ, ਝੂਠੇ ਮਿੱਠੇ ਹੱਥ ਪਾਈ ਜਾਣੇ ਉਹਦੇ ਵਿੱਚ, ਤੁਸੀਂ ਉਹ ਲੰਗਰ ਨਹੀਂ ਹੋ ਸਕਦਾ। ਇਸੇ ਕਰਕੇ ਜਦੋਂ ਹਲਵਾਈ ਬਣਾਉਂਦੇ ਨੇ ਤੇ ਜਿਹੜੇ ਚੜ੍ਹਦੀ ਕਲਾ ਦੇ ਜੀਵਨ ਵਾਲੇ ਸਿੰਘ ਨੇ ਉਹ ਕਹਿੰਦੇ ਨੇ ਨਹੀਂ ਭਾਈ ਇਹ ਲੰਗਰ ਕਿਵੇਂ ਹੋ ਸਕਦਾ। ਗੱਲ ਤੇ ਠੀਕ ਹੈ, ਇਹ ਨਹੀਂ ਕਿ ਮੈਂ ਕਹਾਂ ਜੀ ਮੈਂ ਬੜਾ ਪਰਹੇਜ਼ ਕਰਦਾ, ਪਰ ਜੇ ਇਸ ਕਰੋਨੇ ਦੀ ਮਹਾਮਾਰੀ ਨੂੰ ਵੇਖੀਏ ਤੇ ਫਿਰ ਤੇ ਗੱਲ ਠੀਕ ਹੈ। ਮੈਂ ਤੇ ਆਪ ਜੀ ਨਾਲ ਇਸ ਸਮੇਂ ਵਿੱਚ ਇਹ ਵੀ ਗੱਲ ਸਾਂਝੀ ਕੀਤੀ ਸੀ ਕਿ 100 ਦੇ ਵਿੱਚੋਂ 60 ਲੋਕ ਐਸੇ ਨੇ ਜਿਹੜੇ ਬਾਥਰੂਮ ਦੀ ਵਰਤੋਂ ਕਰਕੇ ਹੱਥ ਨਹੀਂ ਜੇ ਧੋਂਦੇ। ਸਾਨੂੰ ਪਤਾ ਨਹੀਂ ਹੈਂਡਸ਼ੇਕ ਦੀ ਬਿਮਾਰੀ ਕਿੱਥੋਂ ਪਈ ਹੈ। ਜੇ ਗੁਰੂ ਜੀ ਨੇ ਕਿਹਾ ਹੈ ਵੀ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਗਜਾਵੇ, ਉਹ ਸਾਨੂੰ ਪਾਉਂਦਾ ਨਹੀਂ
कोई फतेह बुलावे तो ऐ लगता जिवें किसी ने फोन दे विच सप छड्ड दिता हुंदा है। तुसीं फोन ते फतेह बुलाओ किसी नूं, वो पहलां तो उदां ही कन्फ्यूज हो जाता है। तो जे उन्होंने थोड़ी जी होश आउंदी है तो फिर कहूगा सत श्री अकाल जी। तो जे उन्होंने कहिए भी कागज ते लिख के तो मैनू व्हाट्सअप कर भी ये सत श्री अकाल हुंदी की है। शब्द है सत श्री अकाल, बहुत पवित्र शब्द है। सत श्री अकाल कोई शब्द नहीं है। ये साडा विगाड़िया होया एक रूप है। हुण वो लोग जिहड़े आम जिंदगी में 60% हाथ नहीं धोंदे, तुसीं की सोचदे भी वो लंगर भोजन पकाउण वालियां विच वो लोग शामिल नहीं होणगे? कई बारी तुसीं रेहड़ी ते जाओ तो तुहाडे सामने बंदा बीड़ी पी रहा होंदा, तुसीं कहा जूस बना दो, बीड़ी चुक के परे मारेगा, उस वेले संतरे मशीन च पाने शुरू कर देगा। पता नहीं शायद रब ने तां ही सानू झटका दिता है भी सानू मजबूर कर दिता भी अपने हाथ ते दूजे दे हाथ जरूर वेखो। अगे सिर्फ हथ ज्योतिषी वेंदे सी, हुण हर बंदा एक दूजे दे हथ वेंदा है। कई बारी कमरे च बैठे होईदा ना तो कईयां नूं आदत है डेरेदारां कोल लोग जाके मत्था टेकदे ने, वो आउणगे ते भज के ना पैरां नूं हथ लाउण दी कोशिश करनगे, गोडियां नूं हथ लाउण दी कोशिश करनगे, तो मैं उन्हां नूं हੱਸਣ लग जाना। हालांकि गुरुद्वारे च तो कोई विधि विधान है नहीं मत्था टिकाउण दा, तो मैं उन्होंने कहना ना भी अजकल बाबा लोग बड़े खतरे में है। कहते क्यों? मैं क्या अगर कोई मत्था ना टेके तो गद्दी गई, क्योंकि गद्दी तो तां ही चलती जे मत्था को टेके तो जे कोई मत्था टेक दे तो फिर बाबा खुद ही गया फिर तो बाबा ही गया ना। जे किसी ने हत्थां पैरां नूं हथ लाता तो बाबा तो गया। मैं क्या भी अजकल बाबा लोग बहुत खतरे में है। कोई मत्था नहीं टेकता तो गद्दी जाती, कोई मत्था टेकता तो बाबा खुद तुर जाता बेचारा, उन्होंने खुद ही नूं करोना हो जाना। इस करके भाई मेरे ते मेहरबानी करो, बाबा लोग तो खुद खतरे में है। हुण बड़ी पवित्रता नाल जिहड़ी वस्तु तैयार हुई वो लंगर है, तो जे बराबर वंडी गई तो लंगर है, तो जे वंडन लग्या काला माला हो गया, मतलब जे तुसी शक वंडिया तो तां भी लंगर नहीं है, वंड छकिया तो लंगर है। गुरसिੱਖੀ की मर्यादा यह है कि गुरसिੱਖਾਂ नूं दे कर पिछों बचिया आप खवंदा, कली काल प्रगास कर गुर चेला चेला गुर संदा, गुरमुख गाड़ी राह चलंदा। लंगर गुरु नानक साहब ने शुरू किया, उहदी गुणवंता उहदी क्वालिटी फिक्स की गुरु अंगद साहब ने कि इहदे विच हर चीज़ बन सकती है। हर चीज़ का मतलब ये नहीं भी तुसीं बकरा फड़ के लै आओ भी आ भी बनाओ ज्ञानी जी। फिर गुरु अमरदास जी ने उहदी वंडन की मर्यादा बना दी कि इत्थे अमीर गरीब राजा रंक सब कट्ठे बह के छकणगे भाई। तो गुरु 7वें पातशाह जी ने इस नूं घरां तक भेजिया। जिहड़ा सिखां दे घरां च एक शब्द है ना कि आओ जी लंगर छको, ये गुरु 7वें पातशाह की बख्शिश है। होया की सी, मालवे तो एक सिख ने गड्ढा भरिया, उहदे विच दाने होणगे, दालां होणगियां, आटा होएगा। वो जदों कीरतपुर साहब आया तो किसी ने जाके दसिया गुरु साहब नूं भी कोई सिख मालवे तो आया है रसद लैके, लंगर का समान लैके। सतगुरु कहन लगे बुलाओ। वो बड़ी खुशी नाल गया गुरु जी कोल भी मैं तो गड्ढा भर के लैके आया, लोग तो 10-20 शेर
कोई मन दो मन रसद लैके आउंदे होणगे, उस वेले लियाउणी भी सौखी नहीं सी, क्योंकि ट्रांसपोर्ट सिस्टम तो कोई है नहीं सी। ਜਾਂ तो खुद चुको, ਜਾਂ किसी खोते घोड़े ऊठ ते लद लो, ਜਾਂ कोई गड्ढा कर लो, इस तो इलावा कोई साधन नहीं सीगा। पर जदों गुरु जी के सन्मुख गया तो सतगुरां ने पूछया भी कित्थों आया है? उन्हें दस्या जी मैं मालवे तो आया। सतगुरु जी पुछदे ने भी की तेरे पिंड विच लंगर चलदा है? कहंदा जी नहीं। कि तेरे अपने घर विच लंगर चलदा है? कहन लगा जी नहीं। सतगुरु कहन लगे फिर वापस ले जा। क्यों जी? सतगुरु कहन लगे भी जे तेरे कोई पिंड आके कवे कि मैं लंगर छकना है तो तू उन्होंने की कवेंगा भी कीरतपुर साहब जाओ उत्थे छको जाके? सतगुरु जी ने आख्या भाई जेड़ा मेरा सिख है, मेरे हर सिख दे घर विच लंगर होएगा, और आ जिहड़ी बेइतफाकी हुई है ना, अज तुसी लोकां दी आमदन वेखो, लोकां दे तुसी खर्चे वेखो, लोकां दे तुसी लिविंग दे तुसी स्टैंडर्ड वेखो तुसी, पर हर बंदा रोई जाता है। साडे बजुर्ग रोंदे नहीं सी हुंदे, बरकत बड़ी सी। मां दी इक्को ही हदायत हुंदी सी, धीए सब्जी भाजी थोड़ी जी वध बनावी, आटा पुत थोड़ा जिहा वध गुन लई। कई बारी खांदिया पकाउंदिया कोई आ गया तो आपां की कवांगे उहनूं? कोई वेले के वेले भी पुत्र किसी ने आके कोई आवाज़ दी भी मैनू भुख लगी है, तो पुत्र भुखा नहीं मुड़ना चाहिए। ये सिद्धांत है सिक्खी का। मैं तो रोज़ बेनती कर रहा भी सिक्खी का घर तो बड़ी दूर है। इत्थे कोई चोला पा के सिख बनया पर फिरदा, कोई मेरे वर्गा लंबा कशहरा पा के सिख बनया फिरदा। लंबा चोला पाउणा, कशहरा पाउणा, ये सिक्खी दे जिहड़े 5 ककार ने सिर्फ उन्हां दा एक हिस्सा है भाई। पर जदों इहदे तुसीं अगों सिद्धांतां विच जाओगे तो उत्थे तो घर बड़ी दूर है, बहुत दूर है घर। उत्थे तुहाडे घरों कोई भुखा नहीं जाना चाहिए। तुहाडे घर को आके घंटी मार के कवे ना भी पैसे दिओ, बेशक ना दिओ, पर जे कोई घर आके तुहाडे कवे भी मैनू भुख लगी रोटी दिओ, तो उन्होंने खाली ना मोड़िओ, उनको बह जा भरावा, जो सरिया पुज्या तेनू हुणे लैके दिन्ने आ। ऐसे सन गुरु सतवें पातशाह। बेअंत साखियां ने गुरु सतवें पातशाह दियां। सच्चे पातशाह जी ने अपने छोटे साहिबजादे नूं श्री हरकृष्ण जी नूं गुरता गद्दी बख्शी। वड्डे पुत्र नूं गुरियाई नहीं दिती, जदों कि छोटे पुत्र की उम्र 5 साल 3 महीने है, वड्डे की उम्र जिहड़ी वो 11 साल तो भी वड्डी है। वड्डा पुत्र जिहड़ा सी वो दिल्ली आ गया सी, राम राय, उहदी औरंगजेब नाल भी बड़ी निकटता सी। अज असीं इस गल का भी प्रभाव कबूलते भी किहड़े बाबे की सरकारे दरबारे चंगी ठुक है, किहड़ा बाबा जी की सरकारे दरबारे चंगी चलती होवे। और कईयां दे कार्ड वेखोगे तुसीं परेशान हो जाओगे, तो मगर रजिस्टर्ड लिखिया हुंदा भी दसो कदे संत भी गौरमेंट तो रजिस्टर्ड होंदे ने? भला संतां ने रब तो रजिस्टर्ड होना हुंदा है। संत का मार्ग धर्म की पौड़ी, राजनीति की पौड़ी संत की पौड़ी नहीं है। पर को वड भागी पाए, कोई वड्डे भागां वाला ही प्राप्त कर सकता है। जो ब्लू स्टार हो गया सी ना, अकाल तख्त साहब नूं ढह ढेरी कर दिता गया, हरमंदर साहब नूं, धन श्री गुरु ग्रंथ साहब जी नूं गोलियां मार दित्तियां गईयां। बड़े गुरु के प्यारे सिख संगतां नूं शहीद कर दिता गया। तो जदों ये गए सी ना बाबा खड़क सिंह कोले, उत्थे पता लगा सी भी संत कौन होता है।
ਇਹ ਬਾਬਾ ਹਰਬੰਸ ਸਿੰਘ ਜੀ ਨੂੰ ਵੀ ਚੁੱਕ ਕੇ ਲੈ ਗਏ ਸੀ ਹੈਲੀਕਾਪਟਰ ਤੇ। ਪਰ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਤਾਂ ਉਹਨਾਂ ਨੇ ਕਿਹਾ ਵੀ ਨਾ ਭਾਈ, ਜਿਹੜੀ ਤੁਸੀਂ ਸਰਕਾਰੀ ਸੇਵਾ ਚਾਹੁੰਦੇ ਹੋ ਅਸੀਂ ਨਹੀਂ ਕਰ ਸਕਦੇ। ਨਹੀਂ ਤੇ ਆਮ ਆਦਮੀ ਜਿਹੜਾ ਹੈ ਉਹ ਪ੍ਰਭਾਵ ਕਬੂਲਦਾ ਹੈ, ਸੱਤਾ ਦਾ, ਸ਼ਕਤੀ ਦਾ, ਰਾਜ ਦਾ। ਸੰਤ ਦਾ ਕੀ ਕੰਮ ਹੈ? ਉਹਨੂੰ ਕੀ ਫਰਕ ਪੈਂਦਾ ਹੈ? ਸੰਤ ਹੈ ਹੀ ਉਹ। ਇਹ 3 ਅੱਖਰਾਂ ਦਾ ਸੁਮੇਲ ਹੈ, ਸੱਸੇ ਦਾ, ਤੱਤੇ ਦਾ, ਨੰਨੇ ਦਾ। ਸੱਸਾ ਭਾਵ ਸਿਮਰਨ, ਨੰਨਾ ਭਾਵ ਨਿਮਰਤਾ, ਤੱਤਾ ਭਾਵ ਤਿਆਗ। ਜਿਹੜੀ ਟਿੱਪੀ ਹੈ ਨਾ ਉਹ ਨੰਨੇ ਦੀ ਆਵਾਜ਼ ਕਰਦੀ ਹੈ। ਜਿਹਦੇ ਕੋਲ ਸਿਮਰਨ ਨਹੀਂ, ਜਿਹਦੇ ਕੋਲ ਨਿਮਰਤਾ ਨਹੀਂ, ਜਿਹਦੇ ਕੋਲ ਤਿਆਗ ਨਹੀਂ, ਉਹ ਸੰਤ ਨਹੀਂ। ਮਤਲਬ 20-25 ਬੰਦੇ ਬੰਦੂਕਾਂ ਵਾਲੇ ਤੁਰੇ ਫਿਰਦੇ ਨੇ ਤੇ ਸੰਤ ਨਹੀਂ ਹੈ। ਸੰਤ ਨੇ ਕੀ ਲੈਣਾ ਹੈ? ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤ ਸੰਤ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਇਹ ਕਹਿ ਕੇ ਸਵੇਰੇ ਆਪਣੀ ਬੋਰੀ ਚੁੱਕ ਲਵੇ ਵੀ ਨਗਰੀ ਵਸਦੀ ਭਲੀ, ਸਾਧੂ ਚੱਲਦੇ ਭਲੇ। ਜਿਨ੍ਹਾਂ ਨੇ ਠਿੱਗੇ ਬਣਾ ਕੇ ਬਹਿਣਾ ਉਹ ਸੰਤ ਨਹੀਂ ਹੁੰਦੇ। ਉਹਨਾਂ ਨੇ ਕੀ ਲੈਣਾ ਹੈ? ਠਿੱਗੇ ਤੇ ਗ੍ਰਸਤੀਆਂ ਤੇ ਹੁੰਦੇ ਨੇ। ਬਾਬੇ ਰਾਮ ਰਾਏ ਨੇ ਦਿੱਲੀ ਆ ਕੇ ਔਰੰਗਜ਼ੇਬ ਦਾ ਐਸਾ ਪ੍ਰਭਾਵ ਕਬੂਲਿਆ ਕਿ ਉਹਦੇ ਕਹਿਣ ਤੇ ਕਰਾਮਾਤਾਂ ਵੀ ਕੀਤੀਆਂ ਤੇ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਵੀ ਬਦਲਿਆ। ਤੇ ਗੁਰੂ ਹਰਿਰਾਏ ਸਾਹਿਬ ਨੇ ਗੁਰਿਆਈ ਫਿਰ ਗੁਰੂ 8ਵੇਂ ਪਾਤਸ਼ਾਹ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ ਦਿੱਤੀ। 5 ਸਾਲ 3 ਮਹੀਨਿਆਂ ਦੀ ਆਜੂ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦੀ। ਔਰ ਇਹ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਕੀਰਤਪੁਰ ਸਾਹਿਬ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਬਰਾਜਦੇ ਸਨ, ਜਿਹੜੇ ਸਿੱਖ ਉੱਥੇ ਸਤਿਗੁਰੂ ਦੇ ਦਰਸ਼ਨ ਕਰਨ ਆਉਂਦੇ ਸੀ, ਅਗਰ ਕਿਸੇ ਦੇ ਸਰੀਰ ਤੇ ਦੁੱਖ ਤਕਲੀਫ ਹੁੰਦੀ ਸੀ ਤੇ ਉਹ ਇਹ ਪੰਕਤੀਆਂ ਪੜ੍ਹਦਾ ਹੁੰਦਾ ਸੀ ਕਿ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਬਾਅਦ ਵਿੱਚ ਗੁਰੂ ਕਲਗੀਧਰ ਪਿਤਾ ਨੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਿਹੜੀ ਮਹਿਮਾ ਸਾਨੂੰ ਦ੍ਰਿੜ ਕਰਾਈ ਉਹ ਇਹੋ ਹੀ ਹੈ ਕਿ ਸ਼੍ਰੀ ਹਰਕ੍ਰਿਸ਼ਨ ਤੇ ਆਈਐ, ਜਿਸ ਡਿਠੈ ਸਭ ਦੁੱਖ ਜਾਏ। ਇਹ ਉਹਨਾਂ ਦੀ ਅਜ਼ਮਤ ਸੀ, ਇਹ ਉਹਨਾਂ ਦੀ ਵਡਿਆਈ ਸੀ ਕਿ ਉਹਨਾਂ ਦੇ ਦਰਸ਼ਨ ਕੀਤਿਆਂ ਦੁੱਖ ਮਿਟਦੇ ਸਨ। ਸਤਿਗੁਰੂ ਦਿੱਲੀ ਵੀ ਆਏ, ਇਸੇ ਸਥਾਨ ਤੇ ਰਹੇ। ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ। ਬੰਗਲੇ ਦੁਨੀਆ 'ਚ ਬਹੁਤ ਹੋਣਗੇ, ਪਰ ਬੰਗਲਾ ਸਾਹਿਬ ਸਾਰੇ ਨਹੀਂ ਹੋ ਸਕਦੇ। ਰਾਜਿਆਂ ਦੇ ਬੰਗਲੇ ਹੁੰਦੇ ਨੇ, ਇਹ ਤੇ ਦੀਨ ਦੁਨੀਆ ਦੇ ਪਾਤਸ਼ਾਹ ਦੇ ਚਰਨ ਪੈ ਤੇ ਰਾਜੇ ਦਾ ਬੰਗਲਾ ਵੀ ਬੰਗਲਾ ਸਾਹਿਬ ਹੋ ਗਿਆ। ਕਦੇ ਸੁਣਿਆ ਤੁਸੀਂ ਕਿਸੇ ਦੇ ਰਾਜੇ ਦੇ ਕੋਈ ਮਹਿਲਾਂ ਦੀ ਕੋਈ ਇਜਾਰਤ ਕਰਨ ਵਾਸਤੇ ਗਿਆ ਹੋਵੇ, ਕੋਈ ਯਾਤਰਾ ਕਰਨ ਵਾਸਤੇ ਗਿਆ ਹੋਵੇ? ਜਿਹੜੀ ਆਪਾਂ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣ ਰਹੇ ਹਾਂ ਮੱਕੇ ਵਾਲੀ, ਉਹਦੇ ਵਿੱਚ ਸ਼ਬਦ ਆਉਂਦਾ ਹੈ ਕਿ ਸਤਿਗੁਰੂ ਪਿਤਾ ਮਹਾਰਾਜ ਨੇ ਆਖਿਆ ਸੀ, ਮਰਦਾਨਿਆ ਸਿਰ ਉੱਚੋ ਕਰ ਨੈਣ ਪਸਾਰੇ, ਦੇਖ ਮੱਕੇ ਕੇਰ ਮੁਨਾਰੇ, ਬੂਝਤ ਭਾ ਇਹ ਕੌਣ ਸਥਾਨਾ, ਪਿਖ ਅਤ ਧੌਲਰ ਸੁੰਦਰ ਨਾਨਾ, ਕਮਲ ਬਦਨ ਸੁਣ ਕਰਤੇ ਬੈਨਾ, ਬਿਕਸਤ ਬੋਲੇ ਸ਼੍ਰੀ ਗੁਰ ਐਨਾ, ਮੱਕਾ ਆਵਾ ਜਾਰਤ ਤੇਰੀ। ਸਤਿਗੁਰੂ ਕਹਿਣ ਲੱਗੇ ਮੱਕਾ ਆ ਗਿਆ ਹੈ ਮਰਦਾਨਿਆ, ਜਿਹਦੀ ਤੂੰ ਯਾਰਤ ਕਰਨੀ ਚਾਹੁੰਦਾ ਸੀ। ਯਾਤਰਾ ਵਾਲੇ ਅਸਥਾਨ ਨੂੰ, ਯਾਤਰੀ ਦੀ ਜਿਹੜੀ ਡੈਸਟੀਨੇਸ਼ਨ ਹੈ, ਸਤਿਗੁਰੂ ਕਹਿਣ ਲੱਗੇ ਇਹ ਉਹੀ ਥਾਂ ਜਿਹਦੀ ਤੂੰ ਯਾਤਰਾ ਕਰਨੀ ਚਾਹੁੰਦਾ ਹੈ। ਕਦੇ ਤੁਸੀਂ ਵੇਖਿਆ ਕੋਈ ਲਾਲ ਕਿਲੇ ਦੀ ਇਜਾਰਤ ਕਰਨ ਜਾਂਦਾ ਹੋਵੇ? ਨਹੀਂ।
ਬੰਗਲਾ ਸਾਹਿਬ ਦੀ ਲੋਕ ਰੋਜ਼ ਯਾਤਰਾ ਕਰਨ ਆਉਂਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਇੱਥੇ ਆਏ ਤਾਂ ਦਿੱਲੀ ਦੇ ਵਿੱਚ ਚੇਚਕ ਦਾ ਰੋਗ ਫੈਲਿਆ ਹੋਇਆ ਸੀ। ਸਤਿਗੁਰਾਂ ਨੇ ਕਿਰਪਾ ਕੀਤੀ, ਇੱਥੇ ਇੱਕ ਸਾਨੂੰ ਚੁਬੱਚਾ ਬਖਸ਼ਿਆ। ਉਹ ਅੱਜ ਵੀ ਚੁਬੱਚਾ ਸਾਹਿਬ ਬਾਹਰ ਮੌਜੂਦ ਹੈ ਸਾਡੇ ਕੋਲ। ਇਹਦਾ ਅਸਲ ਨਾਮ ਚੁਬੱਚਾ ਸਾਹਿਬ ਹੀ ਹੈ। ਹੁਣ ਸਾਡੀਆਂ ਭਾਵਨਾਵਾਂ ਨੇ ਵੀ ਅਸੀਂ ਅੰਮ੍ਰਿਤ ਕੁੰਡ ਕਹੀਏ, ਉਹ ਸਾਡੀ ਸ਼ਰਧਾ ਜਾਂ ਸਾਡੀ ਆਸਥਾ ਦਾ ਅਗਲਾ ਭਾਵ ਹੈ ਕਿ ਅਸੀਂ ਸ਼ਰਧਾ ਵਿੱਚ ਸਤਿਕਾਰ ਦੇ ਵਿੱਚ ਕੀ ਨਾਮ ਦਿੰਦੇ ਆ। ਨਹੀਂ ਤਾਂ ਸਤਿਗੁਰੂ ਨੇ ਚੁਬੱਚਾ ਸਾਹਿਬ ਦਾ ਜਲ ਬਖਸ਼ਿਆ ਸੀ। ਅਸੀਂ ਭਾਵਨਾ ਵਿੱਚ ਅੰਮ੍ਰਿਤ ਵੀ ਕਹਿੰਦੇ ਆ। ਇਸ ਜਲ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਛੁਹਾਏ ਸੀ। ਰੋਗੀਆਂ ਦੇ ਰੋਗ ਕੱਟੇ ਸਨ। ਅੱਜ ਵੀ ਜਿਨ੍ਹਾਂ ਦਾ ਵਿਸ਼ਵਾਸ ਹੈ, ਇਹ ਹਕੀਕਤ ਹੈ, ਉਹਨਾਂ ਦੇ ਰੋਗ ਕੱਟਦੇ ਨੇ। ਕਿਉਂਕਿ ਧਰਮ ਕੀ ਹੈ? ਧਰਮ ਇੱਕ ਵਿਸ਼ਵਾਸ ਹੈ, ਭਰੋਸਾ ਹੈ। ਰੱਬ ਕੀ ਹੈ? ਵਿਸ਼ਵਾਸ ਹੈ। ਵੇਖਿਆ ਤੇ ਕਿਸੇ ਨੇ ਵੀ ਨਹੀਂ। ਜੇ ਮੂਸਾ ਵਰਗੇ ਪੈਗੰਬਰ ਨੇ ਕਹਿਤੂਰ ਪਹਾੜ ਦੇ ਉੱਤੇ ਬਹਿ ਕੇ ਜਿੱਦ ਕੀਤੀ ਵੀ ਨਹੀਂ ਅੱਲਾ ਮੈਂ ਤੈਨੂੰ ਵੇਖਣਾ ਹੈ, ਤੇ ਕਹਿੰਦੇ ਸੜ ਕੇ ਸੁਆਹ ਹੋ ਗਿਆ ਸੀ। ਕਿਉਂਕਿ ਉਹ ਇੱਕ ਨੂਰ ਹੈ, ਉਹ ਕੋਈ ਆਕਾਰ ਨਹੀਂ ਹੈ। ਜਿੰਨੀ ਗੁਰਬਾਣੀ ਹੈ ਉਹ ਬਾਰ-ਬਾਰ ਸਾਨੂੰ ਸਮਝਾਉਂਦੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੁਣ ਕਈਆਂ ਨੇ ਫਿਰ ਨਾਲ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖੀ ਹੁੰਦੀ ਹੈ। ਕਈਆਂ ਨੇ ਨਾਲ ਫਿਰ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖੀ ਹੁੰਦੀ ਵੀ ਗੁਰੂ ਨਾਨਕ ਸਾਹਿਬ ਤੇ ਦੱਸ ਰਹੇ ਨੇ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਤੁਸੀਂ ਵੇਖਿਆ ਹੋਣਾ ਵੀ ਜਿੱਥੇ ਲੱਗਾ ਹੋਵੇ ਨਾ ਸਾਈਨ ਬੋਰਡ ਨੋ ਪਾਰਕਿੰਗ, ਬਹੁਤੀਆਂ ਗੱਡੀਆਂ ਉੱਥੇ ਖੜੀਆਂ ਹੁੰਦੀਆਂ ਨੇ। ਪਤਾ ਨਹੀਂ ਸਾਡਾ ਸੁਭਾਅ ਹੀ ਹੈ। ਜਿਸ ਗੁਰੂ ਨਾਨਕ ਸਾਹਿਬ ਦੀ ਫੋਟੋ ਲੈ ਕੇ ਤੂੰ ਮੂਲ ਮੰਤਰ ਦਾ ਪਾਠ ਕਰਦਾ ਹੈ, ਸਿੱਖਾ ਇਹ ਉਸ ਗੁਰੂ ਨਾਨਕ ਦੀ ਬਾਣੀ ਹੈ। ਉਹ ਬਾਣੀ ਕਹਿੰਦੀ ਉਹ ਤੇ ਅਜੂਨੀ ਹੈ, ਉਹ ਤੇ ਅਕਾਲ ਮੂਰਤ ਹੈ। ਉਹਦੀ ਮੂਰਤ ਤੇ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਕਿਉਂਕਿ ਜੇ ਸਮੇਂ ਦੇ ਪ੍ਰਭਾਵ ਵਿੱਚ ਮੂਰਤ ਹੋਏਗੀ ਤੇ ਫਿਰ ਬਚਪਨ ਵੀ ਹੋਏਗਾ, ਫਿਰ ਜਵਾਨੀ ਵੀ ਹੋਏਗੀ, ਫਿਰ ਬੁਢੇਪਾ ਵੀ ਹੋਏਗਾ, ਤੇ ਜੇ ਜਨਮ ਹੋਏਗਾ ਤੇ ਫਿਰ ਮੌਤ ਵੀ ਹੋਏਗੀ। ਉਹ ਤਾਂ ਅਜੂਨੀ ਹੈ, ਉਹ ਤੇ ਜੰਮਦਾ ਹੀ ਨਹੀਂ। ਹੁਣ ਜਿਹੜਾ ਪਰਮਾਤਮਾ ਜਨਮਿਆ ਹੀ ਨਹੀਂ, ਹੁਣ ਅਸੀਂ ਉਹਦੀ ਤਸਵੀਰ ਲੈ ਕੇ ਤੁਰੇ ਫਿਰਦੇ ਹਾਂ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਹੈ ਉਹ ਵੀ ਮਸ਼ਬਰਾਂ ਦੀ ਬਣਾਈ ਹੋਈ ਤਸਵੀਰ ਹੈ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਤੁਸੀਂ ਗੁਰੂ ਦਾ ਅਰਥ ਗੁਰੂ ਨਾਨਕ ਕਰੋਗੇ, ਬਿਲਕੁਲ ਚੱਲੇਗਾ, ਹੈ ਹੀ ਹੈ, ਬਿਲਕੁਲ ਠੀਕ ਹੈ। ਪਰ ਤੁਸੀਂ ਵਾਹਿਗੁਰੂ ਦਾ ਅਰਥ ਗੁਰੂ ਨਾਨਕ ਕਰੋਗੇ, ਕੋਈ ਪ੍ਰਵਾਨ ਨਹੀਂ ਕਰੇਗਾ। ਗੁਰੂ ਕਹੋਗੇ ਤੇ ਗੁਰੂ ਨਾਨਕ ਬਿਲਕੁਲ ਠੀਕ ਹੈ, ਪਰ ਜੇ ਵਾਹਿਗੁਰੂ ਦੇ ਅਰਥ ਗੁਰੂ ਨਾਨਕ ਕਰੋਗੇ ਤਾਂ ਬਿਲਕੁਲ ਠੀਕ ਨਹੀਂ ਹੋਣਗੇ। ਵਾਹਿਗੁਰੂ ਦਾ ਅਰਥ ਉਹ ਹੈ, ਉਹ ਪਰਮੇਸ਼ਰ ਹੈ, ਪਰਮਾਤਮਾ ਹੈ, ਜਿਹਦੇ ਬਾਰੇ ਆ ਕੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ। ਨਹੀਂ ਤੇ ਪਹਿਲਾਂ ਕੀ ਸੀ? ਪਹਿਲਾਂ ਇਹੋ ਕੁਝ ਹੀ ਸੀ। ਅੱਜ ਜਦੋਂ ਅਸੀਂ ਮੱਕੇ ਦੀ ਪੂਰੀ ਸਾਖੀ ਸੁਣਾਂਗੇ ਤਾਂ ਉਹਦੇ ਚੋਂ ਕੀ ਨਿਕਲਣਾ ਹੈ? ਮੱਕੇ 'ਚ ਕੀ ਹੈ? ਜਿੱਥੇ ਕਾਬੇ ਦੀ ਲੋਕ ਹੱਜ ਕਰਨ ਯਾਤਰਾ ਕਰਨ ਜਾਂਦੇ ਨੇ, ਉੱਥੇ ਕੀ? ਉੱਥੇ ਵੀ ਕਾਲੇ ਰੰਗ ਦਾ ਇੱਕ ਪੱਥਰ ਹੈ। ਹੁਣ ਜੇ ਇਹਦੇ ਪਿਛੋਕੜ ਵਿੱਚ ਜਾਓਗੇ ਤੇ ਉੱਥੇ ਸਮਝ ਆ ਜਾਏਗੀ
कि मन्निया तो जाता भी किसी वेले ये भी शिव जी का स्थान से, उत्थे एक शिवलिंग सीगा। ये तो मुसलमान भी मानते हैं कि हजरत मुहम्मद साहब ने इत्थे मूर्तियां तोड़ियां सन, तोड़िया कि घोड़ा लैके वड्डियां सन। पर सवाल है भी साढ़े च पढ़न की आदत है नहीं, इस अखबार भी मंग के पढ़ते, किताब किन्ने मुल लैके पढ़नी है। पढ़न लग्या तो असी जपजी नहीं पढ़ते, असी किताबां कित्थों पढ़नियां ने। पढ़िया तो साढ़े कोलों सारी जिंदगी च गुरु ग्रंथ साहब नहीं गया, ना गुरु ग्रंथ साहब तो रखना है, ब्याह गुरु ग्रंथ साहब तो करना है, मरे की मुक्ति गुरु ग्रंथ साहब तो करनी है। पर पढ़ना कोई नहीं है, पढ़ने नावल ही ने, पढ़निया कहानियां ही है, पढ़ने चुटकले ही ने। जे ना रखना है तो गुरु ग्रंथ साहब तो, जे लावां लैनियां ने तो गुरु ग्रंथ साहब तो, जे बापू मर गया तो मुक्ति करनी तो वह भी गुरु ग्रंथ साहब तो ही करनी है। पर पढ़ना नहीं है ना, ये गलती नहीं करनी। तो जे किते असी दुनिया का इतिहास पढ़ीए फिर जाके सानू समझ आ जाएगी भी कितना किते जाके ये सारी कायनात प्रकृति जिहड़ी है इहदा मुढ़ जिहड़ा सी सिर्फ एक परमात्मा सी। जदों अरबद नरबद धुंधू कारा सी उदों कौन सी? उदों कल्ला परमात्मा ही सी। सवाल ही नहीं भी हिंदू कदों बने तो मुसलमान कदों बने, सवाल नहीं भी धरती कदों बनी है। एक वेला सी ना चंद्रमा सी ना सूरज सी, सिर्फ गैसा सन हवावां सन। ये तो साइंटिस्ट भी मानते, विज्ञानी भी मानते हैं। अज हुण झगड़ झगड़ के मरी जाने असीं एक दूजे नाल। कल परसों मुसलमान सिख बच्चा मार दिता गया इत्थे दिल्ली विच। किन्नी क नफरत साडे विच भरी हुई है, किन्नी क ईरखा लैके असीं तुरे होए हैं, किन्ना क क्रोध है साडे च, किन्ना वैर विरोध असीं पल्ले बन्नी बैठे हैं। बड़ी पुरानी गल, एक सज्जन अपना रिवाल्वर साफ कर रहा है, मैं भी बैठा, कहता वेखो ज्ञानी जी बंदे ने बंदे नूं मारन दे किन्ने प्रबंध कीते हुए ने, रिवाल्वर रोटियां तो नहीं पकाउंदा। ये तो जदों चलेगा बंदा ही मारेगा, जां सामने वाले नूं मारेगा जां अपने आप नूं मारेगा। इन्ने वैर विरोध विच पाठ दी, पूजा स्थल दी, मंदिर दी, गुरुद्वारे दी, चर्च दी, किसी मूर्ति दी, किसी धर्म ग्रंथ दी की केड़ी गल बाकी रह गई? पता ही नहीं तुरे तुरे जाते कदों कित्थे कर्फ्यू लग जाना है, पता नहीं कित्थे दंगा फसाद शुरू हो जाना है। इउं नहीं लगता भी आपां सारे बंब दे गोले बन के तुरे फिरदे, पता नहीं कदों फट जाना है। सानू खुद ही नहीं पता फिर किहड़े पाठ पूजा की किहड़े धर्म की असीं गल करते हैं। गुरु हरकृष्ण साहब पिता महाराज ने इत्थे सानू चुबच्चा साहब बख्शिया, जल बख्शिया, और जिन्हां दा विश्वास है उन्हां दे अज भी रोग मिटदे ने। उन्होंने सज्जणा की मैं खुद इत्थे अरदास की है। जो ठीक होके घर आया, वो बीमार सी, उहदा एक दोस्त उन्हें इत्थों जल मंगाया, अरदास भी कराई। हुण जल उहदे कमरे विच रख दिता गया। कैंसर सी, डॉक्टर ने कहा भी नहीं, घरदियां ने कहा भी असीं दे दिया करिए, डॉक्टर ने कहा नहीं बिल्कुल बाहर की कोई चीज़ नहीं देनी। हुण एक दिन की होया, अचानक वो कहता जी मेरा मूँह सुकदा, मैनू पानी दिओ।
ਹੁਣ ਲਾਗੇ ਕੁਝ ਨਹੀਂ ਮਿਲਿਆ, ਕਹਿਣ ਲੱਗਾ ਬੰਗਲਾ ਸਾਹਿਬ ਦਾ ਜਾਲੀ ਦੇ ਦਿਓ। ਹੁਣ ਉਹ ਇੱਕ ਢੱਕਣ 'ਚ ਲਿਆ ਹੋਏਗਾ, ਚਮਚੇ 'ਚ ਲਿਆ ਹੋਏਗਾ, ਥੋੜ੍ਹੀ ਜਿਹਾ ਗਲਾਸੀ 'ਚ ਪਾ ਕੇ ਲਿਆ ਹੋਏਗਾ। ਉਹ ਕਹਿੰਦਾ, ਉਹ ਸ਼ਾਮ ਨੂੰ ਕਹਿਣ ਲੱਗਾ ਮੈਨੂੰ ਤਾਂ ਫਰਕ ਹੈ, ਮੈਨੂੰ ਹੋਰ ਦਿਓ। ਉਹ ਮੁੜ ਕੇ ਇੱਥੇ ਵੀ ਆਇਆ, ਅਰਦਾਸ ਵੀ ਕੀਤੀ ਉਹਦੀ ਮੈਂ। ਇੱਕ ਫੇਥ ਹੈ, ਇਹ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰੋਂ ਆਈ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਮਹਾਰਾਜ ਨੇ ਰੋਗੀਆਂ ਦੇ ਰੋਗ ਕੱਟੇ, ਅੱਜ ਵੀ ਕੱਟਦੇ ਨੇ, ਜਿਨ੍ਹਾਂ ਦਾ ਵਿਸ਼ਵਾਸ ਹੈ ਉਹਨਾਂ ਦੇ ਕੱਟਦੇ ਨੇ ਭਾਈ। ਧਰਮ ਨੂੰ ਹਮੇਸ਼ਾ ਇਸੇ ਰੂਪ ਦੇ ਵਿੱਚ ਵੇਖਣਾ ਕਿ ਧਰਮ ਇੱਕ ਫੇਥ ਹੈ। ਬੜਾ ਪਿਆਰਾ ਸ਼ਬਦ ਹੈ ਪੜ੍ਹੀ ਲਿਖੀ ਦੁਨੀਆ ਦਾ। ਜਦੋਂ ਬੜੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਣ ਤੇ ਉਹਨੂੰ ਕਹਿੰਦੇ ਨੇ ਇੰਟਰਫੇਥ, ਵਿਸ਼ਵਾਸ, ਵੱਖਰਾ ਵੱਖਰਾ ਵਿਸ਼ਵਾਸ। ਤੇ ਜੇ ਵਿਸ਼ਵਾਸ ਹੀ ਨਹੀਂ, ਜਿਵੇਂ ਹੁਣ ਆਪਾਂ ਬੰਗਲਾ ਸਾਹਿਬ ਆਏ ਹਾਂ, ਪੁੱਛੋ ਵੀ ਕੀ ਲੈਣ ਆਏ ਹੋ ਤੁਸੀਂ? ਜੇ ਤੁਹਾਨੂੰ ਇੱਥੇ ਆ ਕੇ ਵੀ ਵਿਸ਼ਵਾਸ ਨਹੀਂ ਵੀ ਇਸ ਘਰ 'ਚ ਆਏ ਆ ਤੇ ਇੱਥੋਂ ਸਾਡੀ ਝੋਲੀ ਭਰੇਗੀ, ਤੇ ਫਿਰ ਆਪਾਂ ਕੀ ਲੈਣ ਆਏ ਆ? ਆਏ ਤੇ ਇਸ ਕਰਕੇ ਹੀ ਹਨ ਵੀ ਇੱਕ ਫੇਥ ਹੈ, ਇੱਕ ਵਿਸ਼ਵਾਸ ਹੈ। ਕੋਈ 20 ਕਿਲੋਮੀਟਰ ਤੋਂ ਆਇਆ, ਕੋਈ 10 ਕਿਲੋਮੀਟਰ ਤੋਂ ਆਇਆ, ਕੋਈ ਘੰਟਾ ਸਫ਼ਰ ਕਰਕੇ ਆਇਆ, ਕੋਈ 2 ਘੰਟੇ ਸਫ਼ਰ ਕਰਕੇ ਆਇਆ। ਜੇ ਤੁਹਾਨੂੰ ਇੱਥੇ ਕੋਈ ਲੈ ਕੇ ਆਇਆ ਕੋਈ, ਤਾਂ ਵਿਸ਼ਵਾਸ ਹੈ। ਬਸ ਇਸੇ ਨੂੰ ਪੱਲੇ ਬੰਨ ਲੈਣਾ ਕਿ 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਐਸੀਆਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ, ਉਹਨਾਂ ਦਾ ਗੁਰਤਾ ਗੱਦੀ ਨਸ਼ੀਨੀ ਗੁਰਪੁਰਬ ਹੈ। ਆਪ ਸਾਰਿਆਂ ਨੂੰ ਸਤਿਗੁਰਾਂ ਦੇ ਪਾਵਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਆਓ ਲੜੀਵਾਰ ਕਥਾ ਨਾਲ ਜੁੜੀਏ। ਹਾਂਜੀ। ਮਰਦਾਨੇ ਕੇ ਚਿਤ ਕੀ ਜਾਣੇ, ਉਠਤ ਭਏ ਤਬ ਹੀ ਗੁਣ ਖਾਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਮੱਕਾ ਆ ਗਿਆ ਤੇ ਚਲੋ ਫਿਰ ਮੈਨੂੰ ਉਹ ਥਾਂ ਜਿਹੜਾ ਹੈ ਉਹ ਵਿਖਾਓ ਜਿੱਥੇ ਲੋਕ ਹੱਜ ਕਰਨ ਵਾਸਤੇ ਆਉਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਉੱਠੇ ਨੇ। ਪਹਿਲਾਂ ਸਮਝਾਇਆ ਸਤਿਗੁਰਾਂ ਕਿ ਵੇਖ ਮਰਦਾਨਿਆ, ਇੱਥੇ ਕਿਸੇ ਨੇ ਤੈਨੂੰ ਅੰਦਰ ਨਹੀਂ ਜਾਣ ਦੇਣਾ। ਉਹਨਾਂ ਦਾ ਵਿਸ਼ਵਾਸ ਹੈ ਵੀ ਬਾਬਾ ਤੁਹਾਨੂੰ ਕੌਣ ਰੋਕ ਸਕਦਾ 3 ਲੋਕਾਂ ਵਿੱਚ। ਹਾਂਜੀ। ਮੰਦ ਮੰਦ ਪਦ ਸੁੰਦਰ ਚਾਲੀ, ਬੈਠੇ ਜਾਏ ਸਮੀਪ ਦਿਵਾਲੀ। ਹੁਣ ਸਤਿਗੁਰੂ ਜੀ ਉਸ ਕੰਧ ਦੇ ਬਾਹਰ ਜਾ ਕੇ ਬੈਠ ਗਏ, ਜਿਹੜੀ ਉਸ ਕਾਬਾ ਸ਼ਰੀਫ ਦੇ ਆਲੇ ਦੁਆਲੇ ਉਹਨਾਂ ਨੇ ਦੀਵਾਰ ਬਣਾਈ ਹੋਈ ਹੈ। ਹਾਂਜੀ। ਹਾਜੀ ਵੇਖ ਕਰੇ ਤਹਿ ਥਾਏ, ਕੀਨੇ ਆਸਨ ਗੁਰੂ ਸੁਹਾਏ। ਸਤਿਗੁਰੂ ਜੀ ਦਾ ਜਿਹੜਾ ਸਵਰੂਪ ਸੀ, ਪਹਿਰਾਵਾ ਸੀ, ਕੱਪੜੇ ਸੀ, ਉਹ ਹਾਜੀਆਂ ਵਾਲੀ ਸੀ। ਮਤਲਬ ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਆਇਆ ਤੂੰ ਗੁਰਦੁਆਰੇ, ਕੋਈ ਨਿੱਕਰ ਪਾ ਕੇ ਤੁਰਿਆ ਹੁੰਦਾ, ਕੋਈ ਪਾਟੀ ਪੈਂਟ ਪਾ ਕੇ ਤੁਰਿਆ ਹੁੰਦਾ। ਬਾਬੇ ਨਾਨਕ ਤੋਂ ਸਿੱਖ ਲਓ ਭਾਈ, ਉਹ ਤਾਂ ਕਾਬੇ ਵੀ ਗਏ ਤੇ ਹਾਜੀਆਂ ਵਾਲੇ ਕੱਪੜੇ ਪਾ ਕੇ ਗਏ। ਉਹਨਾਂ ਨੂੰ ਪਤਾ ਸੀ ਇਹਨਾਂ ਨੇ ਬਾਹਰ ਕੱਢ ਦੇਣਾ ਹੈ। ਹੁਣ ਪਤਾ ਤੇ ਬਾਬੇ ਨਾਨਕ ਨੂੰ ਹੈ ਵੀ ਜਿਹੜਾ ਤੂੰ ਇੱਥੇ ਪਿੱਛੇ ਗਰਦਨ ਕੋਲੇ ਜੂੜੀ ਕਰੀ ਫਿਰਦਾ ਹੈ, ਇਹ ਤੁਹਾਨੂੰ ਜੂੜੀ ਕੱਟੇਗੀ, ਗਰਦਨ ਤਾਂ ਨਹੀਂ ਕੱਟਦੀ ਜੂੜੇ ਪਿੱਛੇ। ਇਹ ਤਾਂ ਜਿੱਦਣ ਕੱਟਿਆ ਜੂੜਾ ਹੀ ਕੱਟਿਆ ਜਾਣਾ ਹੈ। ਇਹ ਭਾਈ ਤਾਰੂ ਸਿੰਘ ਨਹੀਂ ਬਣਦਾ, ਜਿਹਦਾ ਜੂੜਾ ਉੱਪਰੋਂ ਇੱਥੇ ਚਲਾ ਗਿਆ ਸਮਝ ਲਓ ਗਾਂ ਵੀ ਗਿਆ, ਬਈ ਨਾ ਮੁੜਿਆ ਪਿਛਾਂ ਨੂੰ। ਤੁਸੀਂ ਕੀ ਸੋਚਦੇ ਮੁੜ ਕੇ ਸਿੱਧਾ ਜੂੜਾ ਕਰੇਗਾ? ਉਹ ਤੇ ਮੌਕਾ ਭਾਲਦਾ ਵੀ ਕਦੇ ਫਿਰ 84 ਹੋਵੇ ਤੇ ਆਪਾਂ ਰੈਗੂਲਰ ਹੋਈਏ। ਕਈਆਂ ਨੂੰ ਤਾਂ 84 ਬੜੀ ਸੂਟ ਕੀਤੀ, ਅਜੇ ਤੱਕ ਵਾਪਸ ਵਾਲ ਨਹੀਂ ਰੱਖੇ ਉਹਨਾਂ ਨੇ। ਉਹ ਤੁਹਾਨੂੰ ਪਤਾ ਹੀ ਹੈ, ਗਿਆਨੀ ਜੀ 84 ਚ ਵਾਲ ਕਟਾਏ ਸੀ, ਵੀ 84 ਚ ਕਟਾਏ ਸੀ, 85 ਚ ਉੱਗੇ ਹੀ ਨਹੀਂ ਮੁੜ ਕੇ, 86 ਚ ਨਹੀਂ ਉੱਗੇ, 87 ਚ ਨਹੀਂ ਉੱਗੇ, 88 ਚ ਨਹੀਂ ਉੱਗੇ। ਕੀ ਹੋ ਗਿਆ ਕਿ ਮੁੜ ਕੇ ਕੰਘੀ ਰਬੜੀ ਨਹੀਂ ਲੱਭੀ ਤੈਨੂੰ ਜੂੜਾ ਕਰਨ ਵਾਸਤੇ? ਉਹ ਵੀ ਤਾਂ ਹੈਗੇ ਸੀ ਜਿਨ੍ਹਾਂ ਨੇ ਆਪਣੇ ਕੇਸ ਨਹੀਂ ਕਟਾਏ, ਆਪਣੀ ਸਿੱਖੀ ਨਹੀਂ ਛੱਡੀ।
ਗੁਰੂ ਸਾਹਿਬ ਮੱਕੇ ਗਏ ਨੇ ਤੇ ਮੁਸਲਮਾਨਾਂ ਵਾਲੇ ਕੱਪੜੇ ਪਾ ਕੇ ਗਏ ਨੇ। ਉਹ ਸਿੱਖਾਂ ਤੂੰ ਗੁਰਦੁਆਰੇ ਆਉਣਾ, ਸਿੱਖਾਂ ਵਾਲੇ ਕੱਪੜੇ ਪਾ ਕੇ ਤੇ ਆ। ਮੰਨਣਾ ਨਹੀਂ ਮੰਨਣਾ ਤੇ ਦੂਰ ਦੀ ਗੱਲ ਹੈ, ਤੂੰ ਤੇ ਕੱਪੜੇ ਪਾਉਣ ਨੂੰ ਤਿਆਰ ਨਹੀਂ, ਗੱਲ ਮੰਨਣ ਨੂੰ ਤਿਆਰ ਕਿੱਥੇ ਹੋਏਗਾ। ਧਰਮ ਨੂੰ ਮੰਨਣ ਦਾ ਮਤਲਬ ਹੈ ਜੀਵਨ ਦਾ ਪਰਿਵਰਤਨ। ਤੇ ਤੂੰ ਦੱਸ ਵੀ ਤੂੰ ਕਿਹੜਾ ਪਰਿਵਰਤਨ ਕਰਨ ਲਈ ਤਿਆਰ ਹੈ? ਕੋਈ ਹੈ ਪਰਿਵਰਤਨ? ਕੋਈ ਥੋੜੀ ਬਹੁਤੀ ਚੇਂਜ, ਕੋਈ ਥੋੜਾ ਬਹੁਤਾ ਕੋਈ ਬਦਲਾਅ ਕਰਨ ਲਈ ਤਿਆਰ ਹੈ ਤੂੰ? ਜੇ ਧਰਮ ਦੇ ਰਸਤੇ ਤੇ ਤੁਰਨਾ ਹੈ ਤੇ ਤੈਨੂੰ ਖਾਣ ਤੋਂ ਲੈ ਕੇ, ਬੋਲਣ ਤੋਂ ਲੈ ਕੇ, ਪਹਿਨਣ ਤੱਕ, ਖੱਟਣ ਕਮਾਉਣ ਤੋਂ ਲੈ ਕੇ ਮਿਲਣ ਵਰਤਣ ਤੱਕ ਸਭ ਕੁਝ ਤੈਨੂੰ ਬਦਲਣਾ ਪੈਣਾ ਹੈ। ਹਰ ਚੀਜ਼ ਤੇਰੀ ਵੱਖਰੀ ਹੋਏਗੀ। ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਵਿੱਚ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਲੋਕ ਪਾਠ ਹੀ ਬੜਾ ਸੌਖਾ ਹੈ। ਅੱਜ ਤੋਂ ਬਾਅਦ ਤੁਸੀਂ ਇਹ ਮਤ ਸੋਚੋ ਵੀ ਧਰਮੀ ਕੀ ਕਰਦੇ ਨੇ। ਤੁਸੀਂ ਇਹ ਡਿਫਾਈਨ ਕਰਨਾ ਸ਼ੁਰੂ ਕਰ ਦਿਓ ਕਿ ਸਾਕਤ ਕੀ ਕਰਦੇ ਨੇ। ਰੱਬ ਤੋਂ ਟੁੱਟਿਆ ਬੰਦਾ ਕੀ ਕਰ ਸਕਦਾ ਹੈ? ਝੂਠ ਬੋਲੇਗਾ, ਤੁਸੀਂ ਨਾ ਬੋਲੋ। ਰੱਬ ਤੋਂ ਟੁੱਟਿਆ ਬੰਦਾ ਕੀ ਕਰੇਗਾ? ਸ਼ਰਾਬ ਪੀਏਗਾ, ਤੁਸੀਂ ਨਾ ਪੀਓ। ਰੱਬ ਤੋਂ ਟੁੱਟਾ ਬੰਦਾ ਕੀ ਕਰੇਗਾ? ਚੋਰੀ ਕਰੇਗਾ, ਤੁਸੀਂ ਨਾ ਕਰੋ। ਤੇ ਜੇ ਤੁਸੀਂ ਵੀ ਚੋਰੀ ਕਰੋ, ਤੁਸੀਂ ਵੀ ਸ਼ਰਾਬ ਪੀਓ, ਤੁਸੀਂ ਵੀ ਝੂਠ ਬੋਲੋ, ਤੇ ਫਿਰ ਉਹ ਅਧਰਮੀ ਕਿਵੇਂ ਹੋ ਗਿਆ ਤੇ ਤੁਸੀਂ ਧਰਮੀ ਕਿਵੇਂ ਹੋ ਗਏ ਭਾਈ? ਇੱਕ ਗਿਆਨ ਦੀ ਗੱਲ ਹੈ। ਹੁਣ ਪਤਾ ਨਹੀਂ ਘਟੀ ਜਾਂ ਨਹੀਂ ਘਟੀ। ਕਹਿੰਦੇ ਇੱਕ ਮੁਸਲਮਾਨ ਕਾਜੀ ਕੋਲ ਚਲਾ ਗਿਆ, ਕਹਿੰਦਾ ਕਾਜੀ ਸਾਹਿਬ ਧਰਮ ਸੰਕਟ ਆ ਗਿਆ। ਉਹ ਕਹਿੰਦਾ ਕੀ? ਕਹਿੰਦਾ ਮੈਂ ਰਾਤੀ ਕਬਾਬ ਖਾਦਾ ਸੀ। ਕਹਿੰਦਾ ਫਿਰ? ਕਹਿੰਦਾ ਸਵੇਰੇ ਉੱਠਿਆ ਤੇ ਮੈਂ ਵੇਖਿਆ ਵੀ ਮੇਰੇ ਤੇ ਦੰਦਾਂ 'ਚ ਫਸਿਆ ਹੋਇਆ ਹੈ। ਉਹ ਕਹਿੰਦਾ ਫਿਰ? ਕਹਿੰਦਾ ਜੀ ਹੁਣ ਮੈਨੂੰ ਇਹ ਦੱਸੋ ਵੀ ਮੈਂ ਕੀ ਕਰਾਂ, ਕਿਉਂਕਿ ਇਹ ਤੇ ਕਲਮਾ ਪੜਿਆ ਹੋਇਆ। ਜੇ ਇਹਨੂੰ ਮੈਂ ਸੁੱਟਦਾ ਤੇ ਪਾਪ ਲੱਗਦਾ, ਜੇ ਮੈਂ ਖਾਣਾ ਤੇ ਇਹ ਮੁਰਦਾ ਖਾਣ ਦੇ ਤੁੱਲ ਹੈ, ਕਿਉਂਕਿ ਕੱਲ ਦਾ। ਖਾਜੀ ਕਹਿੰਦਾ ਵੀ ਭਰਾਵਾ ਮੈਨੂੰ ਕਾਹਨੂੰ ਵਕਤ 'ਚ ਪਾਤਾ ਹੀ, ਵੀ ਇਹੋ ਜਿਹੀ ਸਮੱਸਿਆ ਮੈਨੂੰ ਤਾਂ ਕਦੇ ਕਿਸੇ ਨੇ ਅੱਗੇ ਦੱਸੀ ਨਹੀਂ। ਹੁਣ ਮੁਸਲਮਾਨ ਕਹਿੰਦਾ ਵੀ ਕਾਜੀ ਨੂੰ ਵੀ ਮੈਂ ਕਿਹਦੇ ਕੋਲ ਜਾਵਾਂ? ਸਾਡੇ ਤਾਂ ਰਹਿਬਰ ਤੁਸੀਂ ਹੋ, ਟੀਚਰ ਤੁਸੀਂ ਹੋ, ਸਾਨੂੰ ਤੇ ਤੁਸੀਂ ਦੱਸਣਾ ਵੀ ਹੁਣ ਕੀ ਕਰੀਏ। ਉਹ ਕਹਿੰਦਾ ਏਦਾਂ ਕਰ, ਮੰਦਿਰ ਚਲਾ ਜਾ। ਕਹਿੰਦਾ ਫਿਰ? ਕਹਿੰਦਾ ਉੱਥੇ ਪੁਜਾਰੀ ਸਾਹਿਬ ਨੂੰ ਪੁੱਛੀ ਵੀ ਤੁਹਾਡੇ ਕਿਵੇਂ ਕਰਦੇ ਨੇ। ਹੁਣ ਤੁਸੀਂ ਕਹੋਗੇ ਵੀ ਹਿੰਦੂ ਨਹੀਂ ਖਾਂਦੇ। ਜਿਹੜੀਆਂ ਮੰਦਰਾਂ 'ਚ ਬਲੀਆਂ ਦਿੱਤੀਆਂ ਜਾਂਦੀਆਂ, ਤੁਸੀਂ ਕੀ ਸੋਚਦੇ ਵੀ ਬਲੀ ਦੇਣ ਤੋਂ ਬਾਅਦ ਇਹ ਕਿਤੇ ਗੰਗਾ 'ਚ ਰੋੜ ਆਉਂਦੇ ਨੇ? ਮੈਂ ਤਾਂ ਜਦੋਂ ਸਰਾਧ ਹੋਣ ਐਤਕਾ ਹੀ ਨਹੀਂ ਜ਼ਿਕਰ ਕੀਤਾ ਬਹੁਤਾ, ਨਹੀਂ ਤਾਂ ਮੈਨੂੰ ਖੁਦ ਪੰਡਤ ਨੇ ਕਿਹਾ, ਕਹਿੰਦਾ ਗਿਆਨੀ ਜੀ ਸਭ ਤੋਂ ਵਧੀਆ ਸਰਾਧ ਸੂਰ ਦੇ ਮਾਸ ਦਾ ਹੈ। ਕਹਿੰਦਾ ਜਿਹੜੇ ਪਿੱਤਰ ਨੇ ਬੜਾ ਲੰਬਾ ਟਾਈਮ ਰੱਜੇ ਪੁੱਜੇ ਰਹਿੰਦੇ ਨੇ। ਉਹ ਜਿਵੇਂ ਹੁੰਦਾ ਨਾ ਵੀ ਦੁੱਧ ਪਾ ਕੇ ਆਟਾ ਗੁੰਨ ਲਓ ਤੇ ਦੇਸੀ ਘਿਓ ਦੇ ਪਰੌਂਠੇ ਬਣਾ ਲਓ, ਇੱਕ ਤੋਂ ਟਾਈਮ ਜ਼ਿਆਦਾ ਕੱਢ ਜਾਂਦੇ ਨੇ ਤੇ ਇੱਕ ਭੁੱਖ ਵੀ ਘੱਟ ਲੱਗਦੀ ਜੇ ਖਾ ਲਈਏ ਤੇ। ਉਹ ਕਹਿੰਦਾ ਵੀ ਜਿਹੜਾ ਸੂਰ ਦਾ ਮਾਸ ਹੈ ਨਾ, ਇਹਦਾ ਸਰਾਧ ਸਭ ਤੋਂ ਵਧੀਆ ਹੁੰਦਾ ਹੈ। ਉਹ ਕਹਿੰਦਾ ਮੰਦਿਰ ਜਾ, ਮੰਦਿਰ ਜਾ ਕੇ ਕਿਸੇ ਪੁਜਾਰੀ ਨੂੰ ਪੁੱਛ। ਕਹਿੰਦਾ ਕੀ ਪੁੱਛਾਂ? ਕਹਿੰਦਾ ਉਹ ਪੁੱਛ ਵੀ ਜੇ ਇਹੋ ਜਿਹਾ ਸੰਕਟ ਤੁਹਾਡੇ 'ਚ ਆ ਜੇ ਤੁਸੀਂ ਕੀ ਕਰਦੇ ਹੋ? ਉਹ ਕਹਿੰਦਾ ਉਹਦਾ ਮੇਰੇ ਨਾਲ ਕੀ ਸੰਬੰਧ ਹੈ? ਕਹਿੰਦਾ ਸੰਬੰਧ ਕਿਉਂ ਨਹੀਂ ਗਾ? ਕਹਿੰਦਾ ਜੇ ਉਹ ਕੱਢ ਕੇ ਸੁੱਟ ਦਿੰਦੇ ਹੁਣ ਤੇ ਤੂੰ ਖਾ ਲਵੀਂ, ਜੋ ਖਾ ਲੈਂਦੇ ਹੋਣਗੇ ਤੇ ਤੂੰ ਸੁੱਟਦੀ। ਉਹ ਕਹਿੰਦਾ ਮਤਲਬ ਕੀ? ਕਹਿੰਦਾ ਮਤਲਬ ਇਹ ਵੀ ਹਿੰਦੂਆਂ ਤੋਂ ਉਲਟ ਕਰਨਾ, ਇਹ ਮੁਸਲਮਾਨ ਹੈ। ਅੱਜ ਅਮੂਮਨ ਇਹ ਕੁਝ ਹੋ ਰਿਹਾ ਹੈ। ਮਤਲਬ ਅਸੀਂ ਇਸ ਗੱਲ ਤੇ ਖੜੇ ਹੋਏ ਵੀ ਮੈਂ ਤੁਹਾਡੇ ਉਲਟ ਕਿਵੇਂ ਕਰਨਾ ਹੈ। ਅਸੀਂ ਧਰਮਾਂ ਦੇ ਉਲਟ ਨਹੀਂ ਸੀ ਕਰਨਾ। ਹਰ ਇੱਕ ਦਾ ਫੇਥ ਉਹਨੂੰ ਮੁਬਾਰਕ ਹੈ, ਹਰ ਇੱਕ ਦਾ ਵਿਸ਼ਵਾਸ ਉਹਨੂੰ ਮੁਬਾਰਕ। ਉਹ ਕੀ ਕਰਦਾ ਇਹਦਾ ਸਾਡੇ ਨਾਲ ਕੋਈ ਵਾਸਤਾ ਨਹੀਂ। ਸਾਨੂੰ ਤਾਂ ਗੁਰੂ ਨੇ ਇੱਕ ਦੱਸਿਆ ਸੀ ਵੀ ਸਾਕਤ ਤੋਂ ਉਲਟ ਕਰਨਾ ਹੈ।
ਹੁਣ ਸਾਕਤ ਦੀ ਪਰਿਭਾਸ਼ਾ ਡੈਫੀਨੇਸ਼ਨ ਤੁਸੀਂ ਨੀਅਤ ਕਰ ਲਓ, ਚਲੋ ਧਰਮੀ ਦੀ ਤਾਂ ਨਹੀਂ ਆਉਂਦੀ, ਉਹ ਤਾਂ ਅਸੀਂ ਮੰਨਣ ਨੂੰ ਤਿਆਰ ਨਹੀਂ ਵੀ ਵਾਲ ਰੱਖਣੇ ਚਾਹੀਦੇ ਨੇ, ਅੰਮ੍ਰਿਤ ਛਕਣਾ ਚਾਹੀਦਾ ਜੀ, ਸਵੇਰੇ ਉੱਠਣਾ ਚਾਹੀਦਾ ਜੀ, ਬਾਣੀ ਪੜ੍ਹਨੀ ਚਾਹੀਦੀ ਜੀ, ਇਸ ਤਾਂ ਅਸੀਂ ਮੰਨਣ ਨੂੰ ਤਿਆਰ ਨਹੀਂ। ਪਰ ਇੱਕ ਚੀਜ਼ ਤੇ ਮੰਨੋਗੇ ਵੀ ਕਿਸੇ ਬੰਦੇ ਨੂੰ ਮੰਨਦੇ ਹੋ ਵੀ ਇਹ ਬੰਦਾ ਰੱਬ ਤੋਂ ਟੁੱਟਿਆ ਹੋਇਆ ਹੈ, ਬਸ ਉਹ ਜਿਹੜੀਆਂ ਗੱਲਾਂ ਉਹ ਬੰਦਾ ਕਰਦਾ ਉਹ ਤੁਸੀਂ ਨਾ ਕਰੋ, ਆਪੇ ਧਰਮੀ ਹੋ ਜਾਓਗੇ। ਪਰ ਉਹੀ ਕੰਮ ਉਹ ਕਰੇ, ਉਹੀ ਕੰਮ ਮੈਂ ਕਰਾਂ, ਫਿਰ ਨਹੀਂ ਗੱਲ ਬਣਦੀ। ਜਦੋਂ ਮੈਂ ਛੋਟਾ ਜਿਹਾ ਸੀ ਉਦੋਂ ਇੱਕ ਕਹਾਵਤ ਬਣੀ ਸੀ, ਕਹਿੰਦੇ ਵੀ ਪੜ੍ਹੇ ਤੇ ਅਨਪੜ੍ਹੇ 'ਚ ਕੀ ਫਰਕ ਹੈ। ਉਹ ਕਹਿੰਦੇ ਜੀ ਪੜ੍ਹੇ 'ਚ ਫਰਕ ਇਹ ਹੁੰਦਾ ਵੀ ਉਹ ਹਰ ਗੱਲ ਤੇ ਹਾਂਜੀ ਕਹਿੰਦਾ, ਅਨਪੜ੍ਹ ਕਹਿੰਦੇ ਉਹ ਹਾਹੋ ਕਹਿੰਦਾ। ਤੋ ਬੰਦਾ ਉਹਨੂੰ ਪੁੱਛਦਾ ਵੀ ਤੂੰ ਪੜ੍ਹਿਆ ਲਿਖਿਆ, ਕਹਿੰਦਾ ਹਾਹੋ। ਸਾਡੀ ਹਾਲਤ ਉਹ ਹੈ, ਅਸੀਂ ਆਪ ਹੀ ਕਿਸੇ ਗੱਲ ਤੇ ਸਟੈਂਡ ਨਹੀਂ ਕਰਦੇ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਸਾਈਕਲ ਦਾ ਵੀ ਸਟੈਂਡ ਹੈ, ਜਿੱਥੇ ਰਾਤੀ ਖੜਾ ਕਰੋਗੇ ਉੱਥੋਂ ਸਵੇਰੇ ਚੁੱਕ ਲਿਓ। ਬੰਦੇ ਦਾ ਇੰਨਾ ਵੀ ਹੈ ਨਹੀਂ, ਜੇ ਇੱਥੇ ਗੱਲਾਂ ਸੁਣੇਗਾ ਉੱਥੇ ਜਾ ਕੇ ਤਾਂ ਸਟੈਂਡ ਬਦਲ ਜਾਣਾ ਹੈ ਵੀ ਛੱਡੋ, ਗਿਆਨੀਆਂ ਦਾ ਤਾਂ ਕੰਮ ਹੀ ਹੈ ਰੋਜ਼, ਇਹਨਾਂ ਨੂੰ ਤਾਂ ਤਨਖਾਹ ਮਿਲਦੀ ਹੈ, ਇਹਨਾਂ ਤੇ ਘੰਟਾ ਬੋਲਣਾ ਹੀ ਹੁੰਦਾ ਹੈ। ਕਾਲਜ ਦੇ ਪ੍ਰੋਫੈਸਰਾਂ ਨੂੰ ਵੀ 45 ਮਿੰਟ ਇਹਨਾਂ ਤੇ ਲੈਕਚਰ ਦੇਣਾ ਹੈ, ਆਪਾਂ ਨੂੰ ਮੰਨਣ ਦੀ ਕੀ ਲੋੜ ਹੈ। ਸਤਿਗੁਰੂ ਪਿਤਾ ਕਹਿਣ ਲੱਗੇ, ਮਰਦਾਨਿਆ ਇਹਨਾਂ ਨੇ ਤੈਨੂੰ ਅੰਦਰ ਨਹੀਂ ਜਾਣ ਦੇਣਾ। ਕਹਿਣ ਲੱਗਾ ਬਾਬਾ ਚੱਲੋ ਤਾਂ ਸਹੀ। ਸਤਿਗੁਰੂ ਉੱਠੇ, ਜਾ ਕੇ ਦੀਵਾਰ ਦੇ ਬਾਹਰ ਬੈਠ ਗਏ। ਹਾਜੀ ਵੇਖ ਕਰੇ ਤੇ ਥਾਏ, ਕੀਨੇ ਆਸਣ ਗੁਰੂ ਸੁਹਾਏ। ਉੱਥੇ ਸਤਿਗੁਰੂ ਨੇ ਆਪਣਾ ਆਸਣ ਲਾ ਲਿਆ। ਹਾਂਜੀ, ਤਿਹ ਛਿਨ ਸ਼ਬਦ ਬਸੰਤ ਮਝਾਰਾ, ਉੱਚ ਸੁਰ ਸੋ ਕੀਏ ਗਾਨ ਉਚਾਰਾ। ਇੱਥੇ ਫਿਰ ਸਤਿਗੁਰੂ ਨੇ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਿਆ, ਸ਼ਬਦ ਦਾ ਗਾਇਨ ਕੀਤਾ, ਉੱਥੇ ਕੀਰਤਨ ਹੋਇਆ। ਹਾਂਜੀ, ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। 9 7 14 3 4 ਕਰ ਮਹਿਲਤ 4 ਬਹਾਲੀ। ਚਾਰੇ ਦੀਵੇ ਚੌ ਹੱਥ ਦੀਏ, ਏਕਾ ਏਕਾ ਵਾਰੀ। ਮਿਹਰਵਾਨ ਮਧਸੂਦਨ ਮਾਧੋ, ਐਸੀ ਸ਼ਕਤ ਤੁਮਾਰੀ। ਰਹਾਉ ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ। ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਨਾਸਾ ਭੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ। ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੋਹਾਰੀ। ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੋਟ ਵਾਰੀ। ਪਾਵੈ ਚੰਗਾ ਪਾਵੈ ਮੰਦਾ, ਜੈਸੀ ਨਜ਼ਰ ਤੁਮਾਰੀ। ਆਦਿ ਪੁਰਖ ਕੋ ਅੱਲ੍ਹਾ ਕਹੀਐ, ਸੇਖਾਂ ਆਈ ਵਾਰੀ। ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲੀ। ਕੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ। ਚਾਰੇ ਕੁਟ ਸਲਾਮ ਕरेंगे, ਘਰ ਘਰ ਸਿਫਤ ਤੁਮਾਰੀ। ਤੀਰਥ ਸਿਮਰਤ ਪੁੰਨ ਦਾਨ, ਕਿਛ ਲਾਹਾ ਮਿਲੇ ਦਿਹਾੜੀ। ਨਾਨਕ ਨਾਮ ਮਿਲੇ ਵਡਿਆਈ, ਮੇਕਾ ਕਰੀ ਸੁਮਾਲੀ। ਸਤਿਗੁਰੂ ਜੀ ਨੇ ਇਹ ਸ਼ਬਦ ਦਾ ਗਾਇਨ ਕੀਤਾ। ਹੁਣ ਇਹ ਸ਼ਬਦ ਜਿਨ੍ਹਾਂ ਨੇ ਸੁਣਿਆ ਉਹ ਇੱਥੋਂ ਤੱਕ ਪ੍ਰਭਾਵਿਤ ਹੋਏ ਵੀ ਉਹਨਾਂ ਨੇ ਸਤਿਗੁਰੂ ਦੇ ਅੱਗੇ ਮੱਥਾ ਵੀ ਟੇਕਿਆ, ਸਤਿਗੁਰੂ ਦੇ ਅੱਗੇ ਉਹਨਾਂ ਨੇ ਚੜਾਵੇ ਵੀ ਚੜਾਏ। ਹੁਣ ਸ਼ਬਦ ਦੇ ਅਰਥ ਕੀ ਨੇ? ਹਾਂਜੀ, 9 ਖੰਡ ਔ 7 ਦੀਪ, ਜੋ 14 ਪੁਰੀ ਬਣਾਏ। ਪਰਮਾਤਮਾ ਨੇ 9 ਖੰਡ ਬਣਾਏ ਨੇ, 7 ਦੀਪ ਬਣਾਏ ਨੇ, 14 ਪੁਰੀਆਂ ਬਣਾਈਆਂ ਨੇ। ਹਾਂਜੀ,
ਤੀਨ ਗੁਣਾ ਚਹੁ ਭੇਦ ਕਰ ਰਾਖੀ ਰਤਨ ਰਚਾਏ। ਪਰਮਾਤਮਾ ਨੇ 3 ਗੁਣ ਬਣਾਏ ਨੇ, 4 ਵੇਦ ਬਣਾਏ ਨੇ। ਇਹ ਜਿਹੜੀ ਜਗਤ ਦੀ ਰਚਨਾ ਇਹ ਪਰਮਾਤਮਾ ਨੇ ਆਪ ਰਚੀ ਹੈ। ਹਾਂਜੀ। ਚਹੁ ਜੁਗ ਕੇ ਦੀਪਕ ਚਤਰ ਕਰਤ ਉਜਾਲਾ ਵੇਦ ਬ੍ਰਹਮੈ ਕੀ ਰਖਿਆ ਨਮਿਤ ਮਦ ਕੈ ਟਬ ਦਿਯ ਛੈਲ। ਉਸ ਪ੍ਰਭੂ ਪਰਮਾਤਮਾ ਨੇ 4 ਯੁਗ ਕੇ ਦੀਪਕ ਚਤਰ 4 ਯੁਗਾਂ ਦੇ ਪਰਮਾਤਮਾ ਨੇ ਕੀ ਕੀਤਾ ਕਿ ਵੱਖਰੇ ਵੱਖਰੇ ਦੀਪਕ ਬਣਾ ਦਿੱਤੇ। ਕਰਤ ਉਜਾਲਾ ਵੇਦਾਂ ਦੇ ਰੂਪ ਵਿੱਚ ਉਹਨਾਂ ਨੇ ਮਾਰਗਦਰਸ਼ਨ ਬਖਸ਼ਿਆ ਦੁਨੀਆ ਨੂੰ। ਬ੍ਰਹਮੇ ਕੀ ਰੱਖਿਆ ਨਮਿਤ ਮਦ ਕੈਟਪ ਦੀਏ ਛੇਦ, ਇਹ ਦੈਂਤ ਦਾ ਨਾਂ ਹੈ। ਬ੍ਰਹਮਾ ਦੀ ਰਾਖੀ ਵਾਸਤੇ ਇਹ ਜਿਹੜਾ ਦੈਂਤ ਸੀ ਉਹਦਾ ਵੱਧ ਕਰ ਦਿੱਤਾ, ਉਸ ਨੂੰ ਮਾਰ ਦਿੱਤਾ। ਹਾਂਜੀ। ਘਰ ਘਰ ਲਸ਼ਕਰ ਅਗਨ ਜੋ ਧਰਮ ਰਾਏ ਸਿਕਦਾਰ। ਹਰ ਘਰ ਦੇ ਵਿੱਚ ਅਗਨੀ ਦੇ ਰੂਪ ਦੇ ਵਿੱਚ ਲਸ਼ਕਰ ਹੈ। ਸਾਰੇ ਕੰਮ ਕਰਦੀ ਅੱਗ ਸਾਡੇ ਘਰਾਂ ਦੇ ਵਿੱਚ। ਧਰਮ ਰਾਏ ਸਿਕਦਾਰ, ਧਰਮ ਰਾਜੇ ਨੂੰ ਇਸ ਸ੍ਰਿਸ਼ਟੀ ਦਾ ਚੌਧਰੀ ਬਣਾ ਦਿੱਤਾ, ਲੇਖਾ ਜੋਖਾ ਕਰਨ ਵਾਲਾ। ਹਾਂਜੀ। ਧਰਤੀ ਥਾਪੀ ਦੇਗ ਕਰ ਸਭ ਸਹਿ ਦੇਤ ਆਹਾਰ। ਧਰਤੀ ਨੂੰ ਦੇਗ ਬਣਾ ਦਿੱਤਾ, ਕਿਉਂਕਿ ਹਰ ਚੀਜ਼ ਧਰਤੀ ਵਿੱਚੋਂ ਹੀ ਪੈਦਾ ਹੁੰਦੀ ਹੈ। ਸਾਰੇ ਜੀਵਾਂ ਦੀ ਪਰਵਰਿਸ਼ ਧਰਤੀ ਨੇ ਕੀਤੀ ਹੈ। ਹਾਂਜੀ। ਕਰਮ ਭੰਡਾਰੀ ਸੇ ਭਏ ਜਸ ਕਰਹੀ ਤਸ ਦੇਸ਼। ਭੰਡਾਰੀ ਬਣਾ ਦਿੱਤੇ ਬੰਦੇ ਦੇ ਕਰਮ, ਕਿ ਜਿਹੋ ਜੇ ਕੰਮ ਕਰੇਗਾ ਉਹੋ ਜੇ ਉਹਨੂੰ ਫਲ ਮਿਲ ਜਾਣਗੇ। ਹਾਂਜੀ। ਤ੍ਰਿਸ਼ਨਾ ਮੈਂ ਮਨ ਬਿਗਰ ਕੈ ਸਦਾ ਖੁਆਰ ਰਹੇ। ਜਿਨ੍ਹਾਂ ਦਾ ਮਨ ਤ੍ਰਿਸ਼ਨਾ ਦੇ ਵਿੱਚ ਵਿਗੜ ਜਾਂਦਾ ਹੈ ਉਹ ਫਿਰ ਖੁਆਰ ਹੁੰਦੇ ਨੇ। ਹਾਂਜੀ। ਬਿਨ ਸੰਤੋਖ ਤਮ ਬੰਧ ਮੈਂ ਔਗਣ ਪਾਪ ਕਰੰਤ। ਬਿਨਾਂ ਸੰਤੋਖ ਤੋਂ ਇਸ ਮੋਹ ਦੇ ਅੰਧੇਰੇ ਦੇ ਵਿੱਚ ਲੋਕ ਔਗਣ ਕਰਦੇ ਨੇ, ਪਾਪ ਕਰਦੇ ਨੇ। ਹਾਂਜੀ। ਪਰ ਹੈ ਮੁਦਗਰ ਜਮਹਿ ਕੇ ਹਵੈ ਸਜਾਏ ਦੁਖਵੰਤ। ਪਰ ਧਰਮ ਰਾਜੇ ਦੀ ਬਾਰਗਾਹ ਵਿੱਚ ਜਾ ਕੇ ਫਿਰ ਪਰ ਹੈ ਮੁਗਦਰ ਜਮੈ ਕੇ, ਜਦੋਂ ਜਮਾਂ ਦੇ ਮੁਗਦਰ ਪੈਂਦੇ ਨੇ, ਉਹਨਾਂ ਦੇ ਵਿਧਾਨ ਪੈਂਦੇ ਨੇ, ਜਦੋਂ ਉਹਨਾਂ ਦੀ ਮਾਰ ਪੈਂਦੀ ਹੈ, ਹਵੈ ਸਜਾਏ ਦੁਖਵੰਤ, ਫਿਰ ਮਨੁੱਖ ਦੁਖੀ ਹੁੰਦਾ ਹੈ, ਦੁੱਖ ਭੋਗਦਾ ਹੈ, ਤਸੀਹੇ ਝੱਲਦਾ ਹੈ। ਹਾਂਜੀ। ਫਿਰਿਓ ਸਮਾ ਅਬ ਔਰ ਬਿਦ ਸ਼ੇਖਾ ਵਾਰੀ ਆਏ। ਪਰ ਜਦੋਂ ਬੰਦੇ ਨੇ ਇਹ ਰਸਤਾ ਨਹੀਂ ਮੰਨਿਆ, ਫਿਰ ਕੀ ਹੋਇਆ? ਫਿਰ ਸ਼ਾਮੀ ਮਤ ਆ ਗਏ, ਇਸਲਾਮ ਮਤ ਆ ਗਿਆ, ਸ਼ੇਖਾਂ ਦੀ ਵਾਰੀ ਆ ਗਈ। ਹਾਂਜੀ। ਆਦ ਪੁਰਖ ਕੋ ਅੱਲਹ ਕਹੈ ਦੇਵਲ ਕਰ ਲਗਵਾਏ। ਇਹ ਕਥਾ ਅਸੀਂ ਅੱਗੇ ਜਾ ਕੇ ਸੁਣਾਂਗੇ ਕਿ ਕਦੇ ਮੱਕੇ ਦੇ ਵਿੱਚ ਵੀ ਮੂਰਤੀਆਂ ਹੁੰਦੀਆਂ ਸੀ। ਜਿਵੇਂ ਅੱਜ ਕਸ਼ਮੀਰ 'ਚ ਅਸੀਂ ਕਹਿੰਦੇ ਜੀ ਮੁਸਲਮਾਨ ਹੈ, ਕਸ਼ਮੀਰ 'ਚ ਕੋਈ ਮੁਸਲਮਾਨ ਕੋਈ ਇੰਪੋਰਟ ਥੋੜਾ ਹੋਏ ਨੇ, ਕੋਈ ਤਾਂ ਨਹੀਂ ਵੀ ਮੁਸਲਮਾਨ ਬਾਹਰੋਂ ਆ ਕੇ ਵਸੇ ਨੇ। ਸਾਰੇ ਪੁਰਾਣੇ ਪੰਡਤ ਨੇ, ਅਗਲਿਆਂ ਨੇ ਮਾਰ ਮਾਰ ਕੇ ਮੁਸਲਮਾਨ ਬਣਾਤੇ, ਹੁਣ ਇਹ ਲੰਬੀ ਬਾਂਗ ਦਿੰਦੇ ਨੇ ਸਾਰੇ। ਇਹ ਤਾਂ ਸਾਨੂੰ ਵੀ ਕਾਫਰ ਕਹਿੰਦੇ ਨੇ ਹੁਣ। ਅਸਲ ਵਿੱਚ ਇਹ ਸਾਰੇ ਪਹਿਲੇ ਪੁਰਾਣੇ ਹਿੰਦੂ ਹੀ ਨੇ, ਹਿੰਦੂਆਂ ਤੋਂ ਮੁਸਲਮਾਨ ਬਣੇ ਨੇ। ਹੁਣ ਆਪਾਂ ਵੇਖਿਆ ਹੀ ਹੈ ਅਯੁੱਧਿਆ ਦੇ ਵਿੱਚ ਕੀ ਹੋਇਆ। ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾ ਦਿੱਤਾ ਗਿਆ। ਪਰ ਇੱਕ ਵੇਲਾ ਸੀ ਜਦੋਂ ਮੰਦਿਰ ਢਾਹ ਕੇ ਬਾਬਰ ਨੇ ਮਸਜਿਦ ਬਣਾਈ ਸੀ। ਇਸੇ ਗੱਲ ਤੇ ਜਾ ਕੇ ਸੁਪਰੀਮ ਕੋਰਟ 'ਚ ਫੈਸਲਾ ਹੋਇਆ ਨਾ ਕਿ ਮੰਦਿਰ ਇਤਿਹਾਸਕ ਸੀ, ਬਾਬਰੀ ਮਸਜਿਦ ਇਤਿਹਾਸਕ ਨਹੀਂ ਹੈ। ਬਾਬਰ ਦਾ ਤੇ ਉੱਥੇ ਜਨਮ ਨਹੀਂ ਹੋਇਆ, ਜਨਮ ਤੇ ਉੱਥੇ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ। ਤਾਂ ਹੀ ਸਾਰੀਆਂ ਧਿਰਾਂ ਟਿਕੀਆਂ, ਨਹੀਂ ਤੇ ਕਿਤੇ ਫੈਸਲਾ ਥੋੜਾ ਹੋਣਾ ਸੀਗਾ। ਕਿੰਨੇ ਸਾਲ ਹੋ ਗਏ ਝਗੜਾ ਕਰਦੇ ਆ। ਹੁਣ ਇੱਥੇ ਜਦੋਂ ਬੰਦੇ ਨੇ ਵੇਦਾਂ ਦਾ ਕਹਿਣਾ ਨਹੀਂ ਮੰਨਿਆ ਤੇ ਫਿਰ ਕੀ ਸੀ, ਵੇਦਾਂ ਦੇ ਨਾਲ ਕਤੇਬ ਆ ਗਿਆ, ਦੂਜਾ ਧਰਮ ਸ਼ੁਰੂ ਹੋ ਗਿਆ।
फिर सिखा वारी आए, आद पुरख को अल्लाह कर देवल कर लगवाए। हुण राम की थां लोग अल्लाह कहण लग गए। जिहड़े मंदिर सी, जे कोई उत्थे जांदा सी उहनूं टैक्स देना पै गया। मुसलमानां ने कहा भी जे भाई तुसीं यात्रा करनी है तो जजिया दिओ, टैक्स लगने शुरू हो गए। हाँ जी। पूजा बांग निवाज की रीत चलानी और वो मंदिरां दी पूजा अर्चा दी थां ते हुण पूजा बांग नवाज की रीत चलानी और हुण मर्यादा ही होर शुरू हो गई। हुण सवेरे उठ के पहला बांग दिओ जी, फिर नमाज पढ़ो जी, रीति उल्टी होर वखरी शुरू हो गई। हाँ जी। जियन को मियाँ कहे अस बोली सब ठौर। हुण लोग एक दूजे नूं मियाँ जी कह के बोलन लग गए। बोली बदल गई, भाषा बदल गई, शब्द बदल गए, भाखिया होर हो गई। हाँ जी। निरंकार करतार अब हवै बैठो तिस अंग। इस तरह वो जेड़ा परमात्मा सी वो वखरा होके बह गया भी ठीक है हुण तुसीं भाई अपना निबेड़ा कर लो। अज समा समाप्त है, सतगुरु किरपा करन। अगली कथा आपां कल गुरु की गोद विच बैठ के सुनीए। अज 2 गुरपुरब ने, सो अगले समय लिए भाई साहब गुरु पातशाह जी की उस्तत गुरबाणी कीर्तन के राही आप जी नूं सरवण करवाउणगे। भाई अमनदीप सिंह जी आप जी बड़े प्यार नाल सरवण करो। भुल्लां बख्शो जी, फतेह बुलाओ। वाहिगुरु जी का खालसा, वाहिगुरु जी की